ਬਿਸਮਿਲ੍ਲਾਹਿਰ ਰਹਿਮਾਨ ਰਹੀਮ। ਅੱਜ ਕੱਲ ਪ੍ਰੈਸ ਕਾਨਫਰੰਸ ਦਾ ਬੜਾ ਰਿਵਾਜ ਹੋ ਗਿਆ ਸਾਡੀ ਬਾਰ ਦੇ ਵਿੱਚ ਨਾ। ਪਿਛਲੇ ਦਿਨਾਂ 'ਚ ਇਲੈਕਸ਼ਨ ਹੋਏ ਮਾਸ਼ਾਅੱਲਾ ਜੀ, 11 ਜਨਵਰੀ ਨੂੰ। ਉਸ ਤੋਂ ਬਾਅਦ ਅਸੀਂ ਆਪਣਾ ਕੋਈ ਇhtਜਾਜ ਕੀਤਾ, ਇhtਜਾਜ ਰਿਕਾਰਡ ਕਰਾਇਆ, ਤੇ ਉਹਦੇ ਜਵਾਬ ਦੇ ਵਿੱਚ ਨਾ ਕੁਝ ਦੋਸਤਾਂ ਨੇ ਪ੍ਰੈਸ ਕਾਨਫਰੰਸ ਕੀਤੀ। ਮੇਰਾ ਖਿਆਲ ਹੈ ਵੀ ਉਹਨਾਂ ਨੂੰ ਜ਼ਰੂਰਤ ਕੋਈ ਨਹੀਂ ਸੀ ਪ੍ਰੈਸ ਕਾਨਫਰੰਸ ਕਰਨ ਦੀ। ਚੇਅਰਮੈਨ ਇਲੈਕਸ਼ਨ ਬੋਰਡ ਨੇ ਮੈਂਬਰਾਂ ਨੂੰ ਨਾਲ ਬਿਠਾ ਕੇ ਕੀਤੀ। ਉਸ ਤੋਂ ਬਾਅਦ ਇੱਕ ਸੀਨੀਅਰ ਮੈਂਬਰ ਬਾਰ ਨੇ ਪ੍ਰੈਸ ਕਾਨਫਰੰਸ ਕੀਤੀ, ਨਾਲ ਕੋਈ ਕਬਜ਼ਿਆਂ ਦੇ ਐਲੀਗੇਸ਼ਨ ਵੀ ਲਾਏ। ਜਿਨ੍ਹਾਂ ਦਾ ਜਵਾਬ ਦੇਣਾ ਮੈਂ ਸਮਝਦਾ ਵੀ ਮੁਨਾਸਿਬ ਦੇਣਾ ਚਾਹੀਦਾ ਜਵਾਬ, ਤਾਂ ਕਿ ਬੰਦੇ ਇਹ ਨਾ ਕਹਿਣ ਵੀ ਯਾਰ ਸਾਨੂੰ ਤੇ ਜੋ ਅਸੀਂ ਕਹੀ ਜਾਈਏ ਉਹੀ ਸੱਚ ਆ। ਉਹ ਸੱਚ ਉਹ ਆ ਜਿਹੜਾ ਸਾਰੀ ਦੁਨੀਆ ਨੂੰ ਪਤਾ, ਔਰ ਸਾਰੇ ਸ਼ਹਿਰ ਨੇ ਵੇਖਿਆ ਵੀ ਜਿਸ ਅੰਦਾਜ਼ ਦੇ ਵਿੱਚ ਬੂਰੇ ਵਾਲੇ ਬਾਰ ਦੇ ਵਿੱਚ ਇਲੈਕਸ਼ਨ ਹੋਇਆ, ਆਬਜ਼ਰਵਰ ਚੇਂਜ ਕਰਵਾਏ ਗਏ, ਬੈਲਟ ਪੇਪਰ ਚੇਂਜ ਕਰਵਾਏ ਗਏ, 3 ਦਫਾ ਲਾਈਟ ਬੰਦ ਕਰਵਾਈ ਗਈ। ਅਗਰ ਕੋਈ ਸ਼ਰਮ ਹੈ, ਹਯਾ ਹੈ, ਕੋਈ ਗੈਰਤ ਹੈ, ਜਿਸ ਅੰਦਾਜ਼ ਦੇ ਵਿੱਚ ਉਹ ਪ੍ਰੈਜ਼ੀਡੈਂਟ ਬਾਰ ਫਾਰਮ 47 ਵਾਲਿਆਂ ਨੂੰ ਬਣਾ ਕੇ ਉੱਥੇ ਬੈਠੇ ਆ ਜਾਣ ਕਿ ਮਸਜਿਦ ਦੇ ਵਿੱਚ ਅੱਜ ਹੀ ਆ ਜਾਣ। ਜੁਮੇ ਦਾ ਦਿਨ ਆ, ਅੱਜ ਹੀ ਜੁਮਾ ਅਸੀਂ ਇਕੱਠੇ ਪੜ੍ਹਦੇ ਹਾਂ, ਤੇ ਮਸਜਿਦ ਦੇ ਵਿੱਚ ਬੈਠ ਕੇ ਅੱਜ ਹੀ ਹਿਸਾਬ ਹੋ ਜਾਏਗਾ ਕਿ ਬੈਲਟ ਪੇਪਰ ਚੇਂਜ ਨਹੀਂ ਕੀਤੇ ਗਏ, ਕਿਉਂ ਲਾਈਟ ਬੰਦ ਕਰਵਾਈ ਗਈ। ਮੇਰੇ ਆਪਣੇ ਮੁਨਸ਼ੀਆਂ ਨੇ ਵੇਖਿਆ ਇੱਕ ਕਾਂਸਟੇਬਲ ਜਿਹੜਾ ਸੀਗਾ ਉਹ ਉੱਥੋਂ ਬ੍ਰੇਕਰ ਚੁੱਕ ਰਿਹਾ। ਕਿਉਂ? ਜਿਹੜਾ ਅੰਦਰ ਸੀਗਾ ਸਾਡੇ ਉਹ ਪੋਲਿੰਗ ਏਜੰਟ ਵਗੈਰਾ, ਉਹਨਾਂ ਦੇ ਮੋਬਾਈਲ ਲੈ ਕੇ 20 ਫੁੱਟ ਦੂਰ ਰੱਖ ਦਿੱਤੇ ਗਏ ਵੀ ਤਾਂ ਕਿ ਜਿਸ ਵੇਲੇ ਉਹ ਪਰਚੀਆਂ ਜੇਬ ਦੇ ਵਿੱਚੋਂ ਕੱਢ ਕੇ ਉੱਥੇ ਰੱਖਣੀਆਂ ਸੀ, ਉੱਥੋਂ ਰੱਖ ਕੇ ਉਧਰ ਚੱਕਣੀਆਂ ਸੀ। 470 ਵੋਟ ਦੀ ਗਿਣਤੀ ਤੇ ਅਸੀਂ 14 ਜਾਂ 17 ਵੋਟ ਤੇ ਜਿੱਤਦੇ ਪਏ। ਬਾਕੀ ਵੀ ਉਹ ਜਿਹੜਾ ਸੀ ਮੇਰੇ ਮੁਤਾਬਕ ਉਹਨਾਂ ਦੇ ਪੋਲਿੰਗ ਏਜੰਟ ਦੇ ਵੀ ਬਾਕੀਆਂ ਵਿੱਚ ਵੀ ਆਪਣੀ ਲੀਡ ਸੀ। ਜਿਹੜੀ ਪਿੱਛੇ 2 ਰਹਿ ਗਏ ਬੰਡਲ, ਉਹ ਬੰਡਲ ਚੇਂਜ ਕਰ ਦਿੱਤੇ ਗਏ। ਇਸ ਗੱਲ ਦੀ ਉਹ ਮਸਜਿਦ 'ਚ ਬੈਠ ਕੇ ਸਫਾਈ ਦੇ ਦੇਣੀ। ਉਹ ਹੀ ਸੀਨੀਅਰ ਮੈਂਬਰ ਬਾਹਰ ਆਪਣਾ, ਮੈਂ ਤਾਂ ਉਹਨਾਂ ਨੂੰ ਕਹਾਂਗਾ ਵੀ ਉਹ ਨੀਲੀ ਫੈਕਟਰੀ ਵਾਲੇ ਜਿਹੜੇ ਆ ਉਹ ਹੀ ਬੈਠ ਕੇ ਆਪਣਾ ਇੱਥੇ ਸਫਾਈ ਦੇ ਦੇਣ ਮਸਜਿਦ ਦੇ ਵਿੱਚ। ਆਪਣੇ ਚੇਅਰਮੈਨ ਨੂੰ ਨਾਲ ਮੈਂਬਰਾਂ ਨੂੰ ਲੈ ਕੇ ਆ ਕੇ ਅੱਜ ਹੀ ਹਲਫ ਦੇ ਦੇਣ ਕੁਰਾਨ ਪਾਕ ਤੇ ਵੀ ਕੋਈ ਜਿਹੜਾ ਇਲੈਕਸ਼ਨ ਦੇ ਵਿੱਚ ਧਾਂਦਲੀ ਨਹੀਂ ਹੋਈ, ਬੈਲਟ ਪੇਪਰ ਨਹੀਂ ਚੇਂਜ ਕੀਤੇ ਗਏ, ਅਸੀਂ ਬਾਜ਼ਾਬਤਾ ਉਹਨਾਂ ਕੋਲ ਮਾਫੀ ਵੀ ਮੰਗਾਂਗੇ, ਉਹਨਾਂ ਦੇ ਗੱਲ 'ਚ ਹਾਰ ਵੀ ਪਾਵਾਂਗੇ। ਦੂਸਰਾ ਮੈਂ ਗੁਜ਼ਾਰਿਸ਼ ਕਰਾਂਗਾ ਪੰਜਾਬ ਬਾਰ ਕੌਂਸਲ, ਪਾਕਿਸਤਾਨ ਬਾਰ ਕੌਂਸਲ ਨੂੰ ਵੀ ਕਿ ਇਹੋ ਜਿਹੇ ਲੋਕਾਂ ਦੇ ਉੱਤੇ ਹੱਥ ਨਹੀਂ ਰੱਖਣਾ ਚਾਹੀਦਾ। ਜਿਸ ਅੰਦਾਜ਼ ਦੇ ਵਿੱਚ ਇਲੈਕਸ਼ਨ ਕਰਵਾਇਆ ਗਿਆ, ਉਹ ਮੈਂ ਕੁਝ ਮਾਮਲਾਤ ਐਸੇ ਆ, ਕੁਝ ਦੋਸਤਾਂ ਨੇ ਕਿਹਾ ਵੀ ਨਹੀਂ ਇਸ ਟੌਪਿਕ ਤੇ ਤੁਸੀਂ ਡਿਸਕਸ ਨਹੀਂ ਕਰਨੀ, ਲੇਕਿਨ ਮੈਂ ਜ਼ਰੂਰ ਕਹਾਂਗਾ ਕਿ ਇੱਕ ਬੰਦਾ ਆਉਂਦਾ ਹੀ ਫਰਾਡ ਕਰਕੇ ਹੈ, ਜਿਹੜਾ ਕਿ ਬੇਸਿਕ ਰਿਕੁਆਇਰਮੈਂਟ ਹੈ, ਕਾਨੂੰਨ ਦਾ ਤਕਾਜ਼ਾ ਹੈ। ਪੰਜਾਬ ਬਾਰ ਕੌਂਸਲ ਰੂਲਸ ਦੇ ਮੁਤਾਬਕ ਪਿਛਲੇ 3 ਸਾਲ ਦੇ ਕੇਸਿਸ ਜਿਹੜੇ ਆ 2022, 23, 24 ਦੇ 5 ਡਿਸਾਈਡਡ ਕੇਸਿਸ ਜਿਹੜੇ ਇੱਕ ਲਾਜ਼ਮੀ ਹਿੱਸਾ ਕਿ ਉਹਨੇ ਬਤੌਰ ਵਕੀਲ ਉਹ ਕੇਸ ਡੀਲ ਕੀਤੇ ਹੋਣ। ਉਹਦੇ ਕੇਸਿਸ ਕੋਈ ਨਹੀਂ, ਉਹ 23 ਚ ਵੀ ਤੇ 22 ਵਿੱਚ ਵੀ ਬਰੂਨੇ ਮੁਲਕ ਆ। ਉਹ ਬੰਦੇ ਨੇ ਫਰਾਡ ਕਰਦਿਆਂ ਹੋਇਆ ਅਦਾਲਤੀ ਅਹਿਲਕਾਰਾਂ ਦੀਆਂ ਅੱਖਾਂ ਤੇ ਮਿੱਟੀ ਪਾ ਕੇ ਉੱਥੇ ਉਹਨੇ ਫੌਜਰੀ ਕਰਦਿਆਂ ਵਕਾਲਤਨਾਮਿਆਂ ਤੇ ਆਪਣੇ ਸਾਈਨ ਕੀਤੇ। ਉਹ ਚੀਟਿੰਗ ਕਰਕੇ ਇੱਕ ਬੰਦਾ ਇਲੈਕਸ਼ਨ ਦੇ ਵਿੱਚ ਆ ਰਿਹਾ ਤੇ ਉਹਦੇ ਤੋਂ ਤੁਸੀਂ ਕੀ ਤਵੱਕੋ ਰੱਖ ਸਕਦੇ ਹੋ? ਕੋਈ ਲਾਜਿਕ ਹੁੰਦੀ ਆ, ਕੋਈ ਚੀਜ਼ ਹੁੰਦੀ ਆ, ਕੋਈ ਵੀ ਐਸੀ ਉਹਨਾਂ ਦੇ ਕੋਲ ਅਖਲਾਕੀ ਜਵਾਜ਼ ਨਹੀਂ ਇਸ ਚੀਜ਼ ਦਾ। ਤੋ ਦੂਸਰਾ, ਕਿਉਂਕਿ ਕੱਲ ਪਰਸੋਂ ਜਿਮਖਾਨਾ ਦੇ ਵੀ ਹੋ ਰਿਹਾ, ਕੱਲ ਹੋ ਰਿਹਾ ਮੇਰਾ ਖਿਆਲ, ਤੇ ਮੈਂ ਉੱਥੇ ਵੀ ਦੋਸਤਾਂ ਨੂੰ ਕਹਾਂਗਾ ਕਿ ਉੱਥੇ ਵੀ ਇਹ ਸਾਡੇ ਦੋਸਤ ਜਿਹੜੇ ਆ ਇਹ ਬੜੇ ਐਕਟਿਵ ਆ, ਤੇ ਉਹੀ ਟੀਮ ਐਕਟਿਵ ਆ, ਤੇ ਉੱਥੇ ਲਾਈਟ ਦਾ ਪਹਿਲੇ ਇੰਤਜ਼ਾਮ ਕਰ ਲਿਆ ਜਾਵੇ ਤਾਂ ਕਿ ਬਾਅਦ ਦੇ ਵਿੱਚ ਫਿਰ ਉਹ ਵੀ ਐਵੇਂ ਪ੍ਰੈਸ ਕਾਨਫਰੰਸਾਂ ਤੇ ਨਾ ਰਹਿ ਜਾਣ ਵੀ ਅਸੀਂ ਵੀ ਕੀਤੀ ਜਾਈਏ ਤੇ ਉਹ ਵੀ ਕੀਤੀ ਜਾਣ। ਤੋਂ ਪਹਿਲੇ ਇੰਤਜ਼ਾਮ ਕੀਤੀ ਜਾਏ ਜਾਂ ਕੋਈ ਨਵਾਂ ਤਰੀਕਾ ਨਾਲ ਆਜ਼ਾਦ ਕਰ ਲਿਆ ਜਾਵੇ। ਇਹਨਾਂ ਤੋਂ ਥੋੜਾ ਜਿਹਾ ਮੁਸ਼ਤਰੀ ਹੁਸ਼ਿਆਰਬਾਸ਼ ਵਾਲੀ ਗੱਲ ਰਹਿਣੀ ਚਾਹੀਦੀ ਹੈ। ਲੇਕਿਨ ਮੈਂ ਇੱਕ ਜ਼ਰੂਰ ਦੱਸਾਂਗਾ ਕਿ ਅੱਲਾਹ ਤਾਲਾ ਦੀ ਰਹਿਮਤ ਨਾਲ ਮੈਂ, ਮੇਰੇ ਸਾਰੇ ਦੋਸਤ, ਸਾਡਾ ਸਾਰਾ ਗਰੁੱਪ, ਉਹਨਾਂ ਨੇ, ਮੈਂ ਨਹੀਂ, ਮੇਰੇ ਸਾਰੇ ਦੋਸਤਾਂ ਨੇ, ਸਾਰੇ ਗਰੁੱਪ ਨੇ ਇਲੈਕਸ਼ਨ ਇਸ ਅੰਦਾਜ਼ 'ਚ ਲੜਿਆ ਕਿ ਜਿਸ ਦੋਸਤ ਦਾ ਵੀ ਸ਼ੁਕਰੀਆ ਅਦਾ ਕਰੀਏ। ਇਮਾਨਦਾਰੀ ਦੀ ਗੱਲ ਘੱਟ ਆ, ਹਰ ਬੇਲੀ ਨੇ ਉਹਨੂੰ ਆਪਣਾ ਇਲੈਕਸ਼ਨ ਸਮਝ ਕੇ ਲੜਿਆ ਔਰ ਅੱਲਾਹ ਤਾਲਾ ਦੀ ਰਹਿਮਤ ਦੇ ਨਾਲ ਅਸੀਂ ਜਿੱਤੇ ਹਾਂ। ਸਾਡੇ ਚਿਹਰੇ ਅੱਜ ਵੀ ਖੁਸ਼ ਆ, ਆਵਾਮ ਨੂੰ ਵੀ ਸਾਰੀ ਗੱਲ ਦਾ ਪਤਾ, ਸਾਰੇ ਸ਼ਹਿਰ ਨੂੰ ਪਤਾ ਇਸ ਗੱਲ ਦਾ, ਅਸੀਂ ਅੱਜ ਵੀ ਖੁਸ਼ ਹਾਂ। ਔਰ ਜਿਹੜੇ ਸਾਡੇ ਦੋਸਤ ਪ੍ਰੈਸ ਕਾਨਫਰੰਸ ਕਰ ਰਹੇ ਸੀ, ਚੇਅਰਮੈਨ ਇਲੈਕਸ਼ਨ ਬੋਰਡ ਜਾਂ ਸੀਨੀਅਰ ਮੈਂਬਰ ਬਾਹਰ, ਮੈਂ ਬੜੇ ਗੌਰ ਦੇ ਨਾਲ ਪ੍ਰੈਸ ਕਾਨਫਰੰਸ ਵੇਖੀ ਵੀ ਉਹਨਾਂ ਦੇ ਚਿਹਰੇ ਸਾਥ ਨਹੀਂ ਦੇ ਰਹੇ ਸੀ, ਅੰਦਰੋਂ ਡਰੇ ਹੋਏ। ਅੰਦਰੋਂ ਅੱਲਾਹ ਤਾਲਾ ਦਾ ਵੀ ਕੁਛ ਨਿਜ਼ਾਮ ਹੁੰਦਾ ਕਿ ਜਦੋਂ ਇੱਕ ਬੰਦੇ ਨੂੰ ਪਤਾ ਵੀ ਹੋਵੇ ਵੀ ਮੈਂ ਚੋਰ ਹਾਂ, ਮੈਂ ਚੋਰੀ ਕੀਤੀ ਆ, ਮੈਂ ਫਰਾਡ ਕੀਤਾ, ਮੈਂ ਚੀਟਿੰਗ ਕੀਤੀ ਆ, ਤੇ ਫਿਰ ਮੈਂ ਧੜੱਲੇ ਦੇ ਨਾਲ ਬੈਠਾ ਗੱਲ ਵੀ ਕਰ ਰਿਹਾ, ਲੇਕਿਨ ਉਹ ਗੱਲ ਫਿਰ ਜਿਹੜੀ ਨਾ ਦਿਲੋਂ ਨਿਕਲਦੀ ਨਹੀਂ।
ਉਹ ਦਿਲ ਦੇ ਵਿੱਚ ਕੁਝ ਹੋਰ ਹੁੰਦੀ ਆ, ਜ਼ਬਾਨ ਤੇ ਕੁਝ ਹੋਰ ਹੁੰਦੀ ਆ, ਅੰਦਰ ਕੁਝ ਹੁੰਦੀ ਹੈ, ਕੋਈ ਜ਼ਮੀਰ ਵੀ ਕੋਈ ਚੀਜ਼ ਹੁੰਦਾ। ਤਾਂ ਜ਼ਮੀਰ ਮੇਰਾ ਖਿਆਲ ਆ ਕਿ ਆਸਤਾ ਆਸਤਾ ਮੈਨੂੰ ਕੱਲ ਕੋਈ ਦੋਸਤ ਦੱਸ ਰਿਹਾ ਸੀ, ਬੜਾ ਰੀਜ਼ਨੇਬਲ ਆਦਮੀ ਸ਼ਹਿਰ ਦੇ ਐਕਸ-MN, ਉਹ ਮੈਨੂੰ ਇਮਾਨਦਾਰੀ ਦੀ ਗੱਲ ਰਾਤੀ ਦੱਸਿਆ ਵੀ ਮੇਰੇ ਕੋਲ ਤਸਲੀਮ ਕੀਤਾ, ਲਓ ਜੀ ਰਾਣੇ ਅਲਤਾਫ ਨੇ ਪਿਛਲੇ ਸਾਲ ਕੀਤੀ ਸੀ, ਅਸੀਂ ਇਸ ਦਫਾ ਕਰ ਲਈ। ਮੈਂ ਕਿਹਾ ਵੀ ਮੈਂ ਜਿਹੜੀ ਕੀਤੀ ਸੀ ਉਹ ਸਾਰੀ ਦੁਨੀਆ ਦੇ ਸਾਹਮਣੇ ਹੈ। ਮੈਂ ਅੱਜ ਵੀ ਉਸ ਗੱਲ ਤੇ ਕਹਿਣਾ ਕਿ ਨਹੀਂ ਯਾਰ, ਇਲੈਕਸ਼ਨ ਸਾਡੇ ਸਾਦਾ ਤੇ ਕਮ ਖਰਚਾ ਹੋਣਾ ਚਾਹੀਦੇ ਆ। ਇਹ ਜਿਹੜੇ ਆ ਨਾ, ਸਾਨੂੰ ਇਹ ਇਲੈਕਸ਼ਨ ਲੜਨ ਵਾਸਤੇ ਨਹੀਂ ਹੋਣਾ ਚਾਹੀਦਾ ਵੀ ਸਾਨੂੰ ਕਰੋੜਾਂ ਰੁਪਈਆ ਲਾ ਕੇ ਤੇ ਫਿਰ ਇਸ ਪਾਸੇ ਆਉਣਾ ਚਾਹੀਦਾ ਤੇ ਬਾਅਦ ਦੇ ਵਿੱਚ ਅਸੀਂ ਕਰਪਸ਼ਨ ਕਰੀਏ ਤੇ ਬਾਹਰ ਦਾ ਸਾਰਾ ਫੰਡ ਖਾ ਜਾਈਏ। ਨਹੀਂ, ਬਿਲਕੁਲ ਜਿਹੜਾ ਨਾ ਆਮ ਆਦਮੀ, ਆਮ ਵਕੀਲ ਇਲੈਕਸ਼ਨ ਲੜ ਸਕੇ। ਤੇ ਬਕਾਇਦਾ ਪੰਜਾਬ ਬਾਰ, ਪਾਕਿਸਤਾਨ ਬਾਰ ਦੇ ਰੂਲਸ ਆ ਕਿ ਯਾਰ ਇਹ ਖਰਚੇ ਜਿਹੜੇ ਕੰਮ ਕੀਤੇ ਜਾਣ, ਰੋਟੀਆਂ ਛੋਟੀਆਂ ਇਹ ਉਹ ਸਾਰਾ ਬੰਦ ਕੀਤਾ ਜਾਵੇ। ਤੇ ਹੁਣ ਵੀ ਦੋਸਤ ਆਪਦੇ ਘਰੋਂ ਖਾਂਦੇ ਪਏ। ਉਹ ਜਿਹੜਾ ਦੇਸੀ ਮੁਰਗਾ ਚੱਲਦਾ ਰਿਹਾ 11 ਜਨਵਰੀ ਤੱਕ, ਉਹ 11 ਜਨਵਰੀ ਤੋਂ ਬਾਅਦ ਵੀ ਤਾਂ ਲੋਕ ਆਪਦੇ ਘਰੋਂ ਖਾਂਦੇ ਨਾ। ਉਹ ਜਿਹੜੇ ਚੰਦ ਬੰਦੇ ਉਹਦੇ ਨਾਲ ਚਿੰਬੜੇ ਹੋਏ ਸੀਗੇ, ਤੇ ਜੇ ਪਹਿਲੇ ਵੀ 4 ਦਿਨ ਆਪਦੇ ਘਰੋਂ ਹੀ ਖਾਈ ਜਾਂਦੇ ਤੇ ਕੋਈ ਇੱਥੋਂ ਦੇ ਮਕਾਮੀ ਬੰਦੇ ਨੂੰ ਇਲੈਕਸ਼ਨ ਲੜਵਾ ਸਕਦੇ ਸੀ। ਉਹਦਾ ਰਿਜ਼ਲਟ ਇਹ ਨਹੀਂ ਕਿ ਉਸ ਦਿਨ, ਇਮਾਨਦਾਰੀ ਦੀ ਗੱਲ ਹੈ, ਕੁਝ ਦੋਸਤਾਂ ਨੇ, ਸਾਰੇ ਸ਼ਹਿਰ ਨੇ ਦੇਖਿਆ ਕਿ ਜਿਵੇਂ ਮਾਰਸ਼ਲ ਨਾਫਜ਼ ਕੀਤੀ ਹੁੰਦੀ, ਸਾਡੇ ਬਾਰੂਮ ਦੇ ਗਿਰਦ ਬਿਲਕੁਲ ਮਾਰਸ਼ਲ ਵਾਲਾ ਮਾਹੌਲ ਸੀ ਕਿ ਆਰਮੀ ਦੇ ਕੋਈ ਕੰਟਰੋਲ ਦੇ ਵਿੱਚ ਆ ਤੇ ਉੱਥੇ ਪਿੱਛੇ ਕੋਈ ਕਮਾਨ ਕਰ ਰਿਹਾ ਬੈਠਾ ਆਦਮੀ। ਔਰ ਹੋਇਆ ਵੀ ਇਹੀ ਆ ਕਿ ਲਾਈਟ ਜਿਹੜੀ ਬੰਦ ਕਰਾਉਣੀ ਉਹ ਸਾਡੇ ਆਮ ਬੰਦੇ ਦੇ ਵੱਸ ਦਾ ਰੋਗ ਨਹੀਂ ਸੀ। ਇੱਕ ਦਫਾ ਸਾਰੇ ਸ਼ਹਿਰ ਦੀ ਕਰਾਈ ਗਈ, 2 ਦਫਾ ਸਿਰਫ ਬਾਰੂਮ ਦੀ ਕਰਵਾਈ ਗਈ। ਔਰ ਉਹ ਜਿਹੜੀ 2 ਦਫਾ ਬਾਰੂਮ ਦੀ ਕਰਵਾਈ ਗਈ, ਉਹ ਵਾਜ਼ਿਹ ਚੀਜ਼ ਹੈ। ਇੱਕ ਚੀਜ਼ ਜਿਹੜੀ ਮੈਂ ਪਿਛਲੀ ਪ੍ਰੈਸ ਕਾਨਫਰੰਸ ਵਿੱਚ ਵੀ ਦੱਸਿਆ ਸੀਗਾ ਵੀ ਸੁਬਾਹ ਹੀ ਸਾਡਾ ਮਾਮਲਾ ਬਣ ਗਿਆ ਸੀ, ਜਿਹੜਾ ਬਾਅਦ ਚ ਸਾਡੀ ਸਮਝ ਚ ਆਇਆ ਵੀ ਰੈੱਡ ਪੈਨਸਲ ਕਿਉਂ ਇਸਤੇਮਾਲ ਕਰਨੀ ਸੀ। ਬਿਕਾਜ਼ ਰੈੱਡ ਪੈਨਸਲ ਦੇ ਨਾਲ ਪਹਿਲੇ ਬੈਲਟ ਪੇਪਰ ਤਿਆਰ ਕਰਕੇ ਰੱਖੇ ਹੋਏ ਸੀ, ਉਹੀ ਬੈਲਟ ਪੇਪਰ ਉਹਨਾਂ ਨੇ ਚੱਕ ਕੇ ਉੱਥੇ ਰੱਖ ਦਿੱਤੇ ਤੇ ਉਧਰਲੇ ਚੱਕ ਕੇ ਜੇਬ ਚ ਪਾ ਲਿਆ। ਇਸ ਗੱਲ ਦਾ ਮੈਂ ਅੱਜ ਵੀ, ਸਾਰੇ ਦੋਸਤ ਬੈਠੇ ਆ, ਸਾਰੇ ਦੋਸਤਾਂ ਦੇ ਵਿੱਚ ਐਲਾਨ ਕਰ ਰਿਹਾ ਕਿ ਸਾਨੂੰ ਕੋਈ ਜ਼ਰੂਰਤ ਨਹੀਂ ਪੰਜਾਬ ਬਾਰ, ਪਾਕਿਸਤਾਨ ਬਾਰ ਜਾਂ ਅਗਲੇ ਪਿਛਲੇ ਅਦਾਰਿਆਂ ਦੇ ਵਿੱਚ ਵੀ ਆ ਜਾਣ, ਬੋਰੇ ਵਾਲੇ ਮਸਜਿਦ ਦੇ ਵਿੱਚ ਬੈਠ ਜਾਣ, ਆ ਕੇ ਅੱਜ ਵੀ ਸਫਾਈ ਦੇ ਦੇਣ ਕਿ ਬਈ ਇਹ ਬੈਲਟ ਪੇਪਰ ਚੇਂਜ ਨਹੀਂ ਹੋਏ, ਅਸੀਂ ਮਾਫੀ ਮੰਗ ਕੇ ਉਹਨਾਂ ਦੇ ਗੱਲ 'ਚ ਹਾਰ ਪਾ ਦਾਂਗੇ। ਦੂਸਰਾ, ਮੈਂ ਅਦਾਰਿਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਇਸ ਮੈਟਰ ਨੂੰ ਜਿਹੜਾ ਫਿਲਫੌਰ ਫੈਸਲਾ ਕੀਤਾ ਜਾਵੇ ਤਾਂ ਕਿ ਅਸੀਂ ਅੱਗੇ ਜਾਣ ਵਾਲੇ ਬਣੀਏ। ਔਰ ਇਨਸ਼ਾਅੱਲਾ ਤਾਲਾ ਅਸੀਂ 1-2 ਦਿਨ ਦੇ ਵਿੱਚ ਇੱਕ ਪਟੀਸ਼ਨ ਅਦਾਲਤ ਆਲੀਆ 'ਚ ਵੀ ਕਰ ਰਹੇ ਹਾਂ ਕਿ ਇਹਨਾਂ ਨੂੰ ਪਾਕਿਸਤਾਨ ਬਾਰ ਔਰ ਪੰਜਾਬ ਬਾਰ ਨੂੰ ਡਾਇਰੈਕਸ਼ਨ ਦਿੱਤੀ ਜਾਵੇ ਕਿ ਇਹਦਾ ਫਿਲਫੌਰ ਫੈਸਲਾ ਕੀਤਾ ਜਾਵੇ, ਵਿਦ ਟਾਈਮ ਲਿਮਿਟ ਦੇ ਮੁਤਾਬਕ ਡਿਸਾਈਡ ਕੀਤਾ ਜਾਵੇ ਤਾਂ ਕਿ ਅਸਲ ਹਕਾਇਕ ਜਿਹੜੇ ਆ ਉਹ ਸਾਹਮਣੇ ਆ ਸਕਣ। ਦੂਸਰੀ, ਇੱਕ ਸਾਡੀ ਇਨਕੁਆਇਰੀ ਚੱਲਦੀ ਪਈ ਆ ਜਿਹੜੀ ਡਿਸਟ੍ਰਿਕਟ ਜੱਜ ਸਾਹਿਬ ਦੇ ਹੁਕਮ ਦੇ ਨਾਲ ਬੋਰੇ ਵਾਲੇ ਇੱਕ ASJ ਸਾਹਿਬ ਦੇ ਕੋਲ ਪੈਂਡਿੰਗ ਆ। ਮੈਂ ਉਸ ਇਨਕੁਆਇਰੀ ਤੇ ਕੋਈ ਤਬਸਰਾ ਨਹੀਂ ਕਰਾਂਗਾ ਕਿਉਂਕਿ ਮੈਂ ਇੱਕ ਪ੍ਰੋਫੈਸ਼ਨਲ ਵਕੀਲ ਹਾਂ ਤੇ ਪ੍ਰੋਫੈਸ਼ਨਲ ਵਕੀਲ ਪੈਂਡਿੰਗ ਕੇਸ ਦੇ ਮਤਲਬ ਕਦੇ ਵੀ ਤਬਸਰੇ ਨਹੀਂ ਕਰਦੇ। ਉਹ ਜੋ ਵੀ ਹੈ ਮੈਰਿਟ ਤੇ ਡਿਸਾਈਡ ਹੋਣੀ ਚਾਹੀਦੀ ਹੈ। ਉਹਦੇ 'ਚ ਮੇਰੀ ਕੋਰਟ ਨੂੰ ਇਹ ਰਿਕੁਐਸਟ ਜ਼ਰੂਰ ਹੈ ਕਿ ਉਹਦੇ 'ਚ ਇਹ ਨਾ ਦੇਖਿਆ ਜਾਵੇ ਕਿ ਇਹ ਬੰਦਾ ਇਸ ਵੇਲੇ ਰੂਲਿੰਗ ਪਾਰਟੀ ਵਿੱਚ ਆ ਜਾਂ ਇਹ ਆਪੋਜੀਸ਼ਨ ਵਿੱਚ ਆ, ਥੋ ਫਾਰਮ 47 ਦੇ ਤਹਿਤ ਹੀ ਹੈ। ਲੇਕਿਨ ਨਹੀਂ, ਕੋਰਟ ਨੂੰ ਮੈਂ ਇਹ ਦਰਖਾਸਤ ਜ਼ਰੂਰ ਕਰਾਂਗਾ ਕਿ ਮੈਰਿਟ ਤੇ ਉਹਦਾ ਫਿਲਫੌਰ ਫੈਸਲਾ ਕੀਤਾ ਜਾਵੇ ਤਾਂ ਕਿ ਅਸਲ ਹਕਾਇਕ ਜਿਹੜੇ ਆ ਉਹ ਸਾਹਮਣੇ ਆ ਸਕਣ। ਅਗਰ ਇਹ ਜਿਨ੍ਹਾਂ ਦਿਨਾਂ ਦੇ ਉਹਨੇ ਵਕਾਲਤਨਾਮੇ ਆਪਣੇ ਸ਼ੋਅ ਕੀਤੇ ਆ, ਉਹਨਾਂ ਦਿਨਾਂ ਵਿੱਚ ਅਗਰ ਉਹ ਬੰਦਾ ਪਾਕਿਸਤਾਨ ਦੇ ਵਿੱਚ ਹੈ, ਪਾਕਿਸਤਾਨ 'ਚ ਹੋ ਕੇ ਅਗਰ ਉਹਨੇ ਖੁਦ ਪੇਸ਼ ਹੋ ਕੇ ਪਾਵਰ ਆਫ ਅਟਾਰਨੀ ਦਿੱਤਾ ਤੇ ਬਿਲਕੁਲ ਮੇਰੇ ਖਿਲਾਫ ਜਿਹੜਾ ਹੈ ਉਹ ਹਰਜੇ ਖਰਚੇ ਦਾ ਦਾਅਵਾ ਵੀ ਕਰ ਸਕਦਾ। ਲੇਕਿਨ ਅਗਰ ਉਹਨੇ ਫੋਰਜਰੀ ਕੀਤੀ ਹੈ ਬੈਰੂਨ ਮੁਲਕ ਬੈਠ ਕੇ, ਕੁਝ ਦੋਸਤਾਂ ਨੇ ਉਹਦੇ ਸਾਈਨ ਕਰਕੇ ਕਰ ਦਿੱਤੇ ਗਏ, ਤੇ ਫਿਰ ਇਸ ਚੀਜ਼ ਦੀ ਜਨਾਬ ਜਿਹੜਾ ਬੰਦਾ ਚੀਟਿੰਗ ਕਰਕੇ ਇਹਨਾਂ ਅਹੁਦਿਆਂ ਤੇ ਆਉਂਦਾ ਉਹਦੇ ਤੋਂ ਕੋਈ ਅੱਛੀ ਤਵੱਕੋ ਨਹੀਂ ਰੱਖੀ ਜਾ ਸਕਦੀ। ਤੋ ਇਹਦੇ ਨਾਲ ਹੀ ਮੈਂ ਜਨਾਬ ਇਜਾਜ਼ਤ ਲਵਾਂਗਾ। ਬਹੁਤ ਮਿਹਰਬਾਨੀ।